ਸਵਾਗਤ ਹੈ ਦੋਸਤੋ HR ਪੰਜਾਬੀ ਕਹਾਣੀਆਂ ਚੈਨਲ 'ਤੇ। ਮੈਨੂੰ ਨੌਕਰੀ ਦੀ ਭਾਲ ਸੀ। ਮੈਂ ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ, ਇਸ ਕਰਕੇ ਮੈਨੂੰ ਇੱਕ ਔਰਤ ਦੇ ਘਰ ਬੱਚਾ ਸੰਭਾਲਣ ਦਾ ਕੰਮ ਮਿਲ ਗਿਆ। ਮੇਰੀ ਮਾਲਕਣ ਕਹਿੰਦੀ ਬੱਚੇ ਨੂੰ ਆਪਣੇ ਕੋਲ ਸਵਾਇਆ ਕਰ। ਪਤਾ ਨਹੀਂ ਮਾਲਕਿਨ ਬੱਚੇ ਨੂੰ ਪਿਆਰ ਕਿਉਂ ਨਹੀਂ ਕਰਦੀ ਸੀ। ਲੇਕਿਨ ਇੱਕ ਰਾਤ ਮਾਲਕਿਨ ਛੱਤ 'ਤੇ ਗਈ ਅਤੇ ਮੈਂ ਵੀ ਹੌਲੀ ਜਿਹੀ ਉਸ ਦੇ ਪਿੱਛੇ ਗਈ। ਉੱਥੋਂ ਦਾ ਮੰਜ਼ਰ ਦੇਖ ਕੇ ਮੈਂ ਹੈਰਾਨ ਹੋ ਗਈ, ਕਿਉਂਕਿ ਉੱਥੇ ਤਾਂ ਮੇਰੇ ਪਤੀ ਨੇ ਮੈਨੂੰ ਘਰ ਤੋਂ ਬਾਹਰ ਕੱਢ ਦਿੱਤਾ, ਕਿਉਂਕਿ ਮੈਂ ਬਾਂਝ ਸੀ। ਮੈਂ ਬੇਬਸ ਹੋ ਕੇ ਆਪਣੇ ਘਰ ਦੇ ਦਰਵਾਜ਼ੇ ਨੂੰ ਦੇਖ ਰਹੀ ਸੀ, ਕਿਉਂਕਿ ਥੋੜ੍ਹੀ ਹੀ ਦੇਰ ਪਹਿਲਾਂ ਮੇਰੇ ਪਤੀ ਨੇ ਮੈਨੂੰ ਧੱਕੇ ਮਾਰ ਕੇ ਇਸ ਘਰ ਵਿੱਚੋਂ ਕੱਢ ਦਿੱਤਾ ਸੀ। ਮੇਰਾ ਕਸੂਰ ਸਿਰਫ ਇੰਨਾ ਹੀ ਸੀ ਕਿ ਮੈਂ ਉਹਨਾਂ ਨੂੰ ਔਲਾਦ ਨਹੀਂ ਦੇ ਸਕਦੀ ਸੀ। ਦੁਨੀਆ ਕਦੇ ਵੀ ਕਿਸੇ ਦੇ ਲਈ ਇੰਨੀ ਬੁਰੀ ਨਹੀਂ ਹੁੰਦੀ ਜਿੰਨਾ ਇੱਕ ਬਾਂਝ ਔਰਤ ਦੇ ਲਈ ਹੋ ਜਾਂਦੀ ਆ। ਸਾਰੀ ਜ਼ਿੰਦਗੀ ਸਾਥ ਨਿਭਾਉਣ ਵਾਲੇ ਅਤੇ ਜੀਣ ਮਰਨ ਦੀਆਂ ਕਸਮਾਂ ਖਾਣ ਵਾਲੇ ਮੇਰੇ ਪਤੀ ਨੇ ਅੱਜ ਅੱਧੀ ਰਾਤ ਨੂੰ ਮੈਨੂੰ ਘਰ ਤੋਂ ਬਾਹਰ ਕੱਢ ਦਿੱਤਾ। ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਸਨੇ ਮੈਨੂੰ ਘਰੋਂ ਕੱਢ ਦਿੱਤਾ, ਉਹ ਵੀ ਇੰਨੀ ਰਾਤ ਨੂੰ ਜਦੋਂ ਗਲੀ ਦੇ ਕੁੱਤੇ ਵੀ ਸੌਂ ਜਾਂਦੇ ਆ। ਦੁਨੀਆ ਕਦੇ ਵੀ ਕਿਸੇ ਦੇ ਲਈ ਇੰਨੀ ਬੁਰੀ ਨਹੀਂ ਹੁੰਦੀ ਜਿੰਨਾ ਇੱਕ ਬਾਂਝ ਔਰਤ ਦੇ ਲਈ ਹੋ ਜਾਂਦੀ ਆ। ਕੁਝ ਦੇਰ ਤੱਕ ਤਾਂ ਮੈਂ ਦਰਵਾਜ਼ੇ ਨੂੰ ਦੇਖਦੀ ਰਹੀ, ਫਿਰ ਮੈਂ ਜ਼ੋਰ-ਜ਼ੋਰ ਨਾਲ ਦਰਵਾਜ਼ਾ ਭੰਨਣਾ ਸ਼ੁਰੂ ਕਰ ਦਿੱਤਾ। ਮੈਨੂੰ ਅੰਦਰ ਆਉਣ ਦਿਓ। ਰਾਤ ਦੇ ਹਨੇਰੇ ਵਿੱਚ ਤੂੰ ਆਪਣੀ ਜਵਾਨ ਪਤਨੀ ਨੂੰ ਕੱਢ ਰਿਹਾ। ਹੁਣ ਤੇਰੀ ਮਰਦਾਨਗੀ ਕਿੱਥੇ ਮਰ ਗਈ? ਕਾਫੀ ਦੇਰ ਬੇਬਸੀ ਨਾਲ ਦਰਵਾਜ਼ਾ ਭੰਨਣ ਤੋਂ ਬਾਅਦ ਜਦੋਂ ਮੇਰੀ ਉਮੀਦ ਖਤਮ ਹੋ ਗਈ ਤਾਂ ਮੈਂ ਸੁੰਨਸਾਨ ਗਲੀ ਨੂੰ ਦੇਖਿਆ ਤੇ ਸੋਚਣ ਲੱਗੀ, ਮੈਂ ਕਿੱਧਰ ਜਾਵਾਂ। ਬਿਨਾਂ ਸੋਚੇ ਸਮਝੇ ਮੈਂ ਉੱਥੋਂ ਤੁਰ ਪਈ। ਗਲੀ ਸੁੰਨਸਾਨ ਸੀ। ਕੁਝ ਨਸ਼ੇੜੀ ਬੈਠੇ ਮੈਨੂੰ ਦੇਖ ਕੇ ਆਵਾਜ਼ਾਂ ਕੱਢਣ ਲੱਗੇ। ਮੇਰੇ ਕਦਮ ਜੋ ਆਰਾਮ ਨਾਲ ਚੱਲ ਰਹੇ ਸੀ, ਉਹਨਾਂ ਨੇ ਤੇਜ਼ੀ ਫੜ ਲਈ। ਮੈਂ ਦੇਖਿਆ ਉਹ 3 ਲੜਕੇ ਸੀ ਜੋ ਮੇਰਾ ਪਿੱਛਾ ਕਰ ਰਹੇ ਸੀ। ਮੈਂ ਤੇਜ਼ ਤੁਰਨ ਲੱਗੀ ਤੇ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਤੁਰਦੀ ਮੇਨ ਰੋਡ ਉੱਤੇ ਪਹੁੰਚ ਗਈ। ਮੇਰਾ ਸਾਹ ਫੁੱਲਣ ਲੱਗ ਗਿਆ ਤੇ ਮੇਰੀ ਹਿੰਮਤ ਜਵਾਬ ਦੇ ਗਈ। ਮੇਰੀਆਂ ਅੱਖਾਂ ਮੂਹਰੇ ਹਨੇਰਾ ਆ ਗਿਆ ਤੇ ਮੈਂ ਸੜਕ ਦੇ ਉੱਪਰ ਡਿੱਗ ਪਈ। ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਇੱਕ ਵੱਡੇ ਸਾਰੇ ਬੰਗਲੇ ਵਿੱਚ ਸੀ। ਮੇਰੇ ਸਾਹਮਣੇ ਇੱਕ ਖੂਬਸੂਰਤ ਔਰਤ ਬੈਠੀ ਸੀ। ਮੇਰਾ ਸਿਰ ਅਜੇ ਵੀ ਚੁਕਰਾ ਰਿਹਾ ਸੀ। ਮੈਂ ਉਸ ਔਰਤ ਨੂੰ ਸਵਾਲੀਆ ਨਜ਼ਰਾਂ ਨਾਲ ਦੇਖਿਆ। ਉਹ ਮੈਨੂੰ ਮੁਸਕਰਾ ਕੇ ਕਹਿਣ ਲੱਗੀ, ਤੂੰ ਪਰੇਸ਼ਾਨ ਨਾ ਹੋ, ਤੂੰ ਇੱਥੇ ਬਿਲਕੁਲ ਸੁਰੱਖਿਅਤ ਆਂ। ਮੈਂ ਉਸਨੂੰ ਪੁੱਛਿਆ, ਤੁਸੀਂ ਕੌਣ ਹੋ? ਮੈਂ ਇੱਥੇ ਕਿਵੇਂ ਆਈ? ਉਸਨੇ ਕਿਹਾ, ਮੈਂ ਆਪਣੇ ਬੱਚੇ ਲਈ ਦਵਾਈ ਲੈਣ ਗਈ ਸੀ। ਜਦੋਂ ਦਵਾਈ ਲੈ ਕੇ ਵਾਪਸ ਆ ਰਹੀ ਸੀ ਤਾਂ ਮੈਂ ਤੈਨੂੰ ਸੜਕ 'ਤੇ ਬੇਹੋਸ਼ ਹੁੰਦੀ ਦੇਖਿਆ। ਮੈਂ ਕੁਝ ਲੋਕਾਂ ਦੀ ਮਦਦ ਨਾਲ ਤੈਨੂੰ ਆਪਣੀ ਗੱਡੀ ਵਿੱਚ ਬਿਠਾਇਆ ਤੇ ਆਪਣੇ ਘਰ ਲੈ ਆਈ। ਘਰੇ ਹੀ ਮੈਂ ਆਪਣੇ ਡਾਕਟਰ ਨੂੰ ਬੁਲਾਇਆ, ਜਿਸ ਨੇ ਤੇਰਾ ਚੈੱਕਅਪ ਕੀਤਾ, ਤੈਨੂੰ ਇੰਜੈਕਸ਼ਨ ਤੇ ਕੁਝ ਦਵਾਈਆਂ ਦਿੱਤੀਆਂ। ਤੇਰਾ BP ਘਟਿਆ ਹੋਇਆ ਸੀ। ਉਸਨੇ ਮੇਰੇ ਬਾਰੇ ਕੁਝ ਨਹੀਂ ਪੁੱਛਿਆ ਤੇ ਕਿਹਾ, ਜਿੰਨਾ ਚਿਰ ਤੇਰੀ ਸਿਹਤ ਠੀਕ ਨਹੀਂ ਹੁੰਦੀ ਤੂੰ ਇੱਥੇ ਰਹਿ ਸਕਦੀ ਆਂ। 2-3 ਦਿਨਾਂ ਬਾਅਦ ਜਦੋਂ ਮੇਰੀ ਸਿਹਤ ਵਿੱਚ ਸੁਧਾਰ ਆਇਆ ਤਾਂ ਮੈਂ ਉਸਨੂੰ ਕਿਹਾ, ਤੁਸੀਂ ਜਿੰਨਾ ਮੇਰੇ ਲਈ ਕੀਤਾ ਬਹੁਤ ਆ, ਪਰ ਮੇਰੇ ਕੋਲ ਤੁਹਾਨੂੰ ਦੇਣ ਲਈ ਕੁਝ ਨਹੀਂ ਆ ਤੇ ਹੁਣ ਮੈਂ ਇੱਥੋਂ ਜਾਣਾ ਚਾਹੁੰਦੀ ਆ। ਉਸਨੇ ਕਿਹਾ, ਕਿੱਥੇ ਜਾਵੇਂਗੀ? ਤੇਰੀ ਹਾਲਤ ਦੇਖ ਕੇ ਤਾਂ ਲੱਗਦਾ ਤੈਨੂੰ ਘਰ ਵਾਲਿਆਂ ਨੇ ਘਰੋਂ ਕੱਢ ਦਿੱਤਾ ਜਾਂ ਤੂੰ ਘਰੋਂ ਭੱਜ ਕੇ ਆਈ ਆਂ। ਉਸ ਔਰਤ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ। ਇਸ ਨੂੰ ਮੇਰੇ ਬਾਰੇ ਕਿਵੇਂ ਪਤਾ? ਉਸ ਦੀ ਇਹ ਗੱਲ ਸੁਣ ਕੇ ਮੈਂ ਉੱਚੀ ਰੋਣ ਲੱਗੀ ਤੇ ਆਪਣੀ ਜ਼ਿੰਦਗੀ ਦੀ ਸਾਰੀ ਦਾਸਤਾਨ ਉਸ ਨੂੰ ਸੁਣਾ ਦਿੱਤੀ। ਉਸ ਨੇ ਮੈਨੂੰ ਕਿਹਾ, ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਤੂੰ ਬਹੁਤ ਵਧੀਆ ਲੜਕੀ ਆਂ, ਪਰ ਤੇਰੇ ਨਾਲ ਕੁਝ ਗਲਤ ਹੋਇਆ। ਮੈਂ ਕਿਹਾ, ਹਾਂ, ਮੇਰੇ ਪਤੀ ਨੇ ਮੈਨੂੰ ਘਰ ਤੋਂ ਕੱਢ ਦਿੱਤਾ। ਮੈਂ ਘਰੋਂ ਭੱਜ ਕੇ ਉਸ ਨਾਲ ਵਿਆਹ ਕਰਵਾਇਆ ਸੀ। ਮੇਰੇ ਘਰ ਵਾਲੇ ਤਾਂ ਹੁਣ ਮੈਨੂੰ ਅਪਣਾਉਣਗੇ ਨਹੀਂ। ਉਹਨਾਂ ਲਈ ਤਾਂ ਮੈਂ ਉਸ ਦਿਨ ਹੀ ਮਰ ਗਈ ਸੀ ਜਿਸ ਦਿਨ ਮੈਂ ਆਪਣੇ ਬਾਪ ਦੀ ਇੱਜ਼ਤ ਨੂੰ ਦਾਗ ਲਾ ਕੇ ਆਪਣੀ ਮਰਜ਼ੀ ਦੇ ਮੁੰਡੇ ਨਾਲ ਭੱਜ ਗਈ ਸੀ। ਅਤੇ ਹੁਣ ਉਸ ਆਦਮੀ ਨੇ ਮੈਨੂੰ ਅੱਧੀ ਰਾਤ ਨੂੰ ਮੇਰਾ ਹੱਥ ਫੜ ਕੇ ਘਰ ਤੋਂ ਬਾਹਰ ਕੱਢ ਦਿੱਤਾ, ਸਿਰਫ ਇਸ ਲਈ ਕਿ ਵਿਆਹ ਦੇ 4 ਸਾਲ ਬਾਅਦ ਮੈਂ ਉਸ ਨੂੰ ਔਲਾਦ ਨਹੀਂ ਦੇ ਸਕੀ। ਮੇਰੀ ਦੁੱਖ ਭਰੀ ਦਾਸਤਾਨ ਸੁਣ ਕੇ ਉਸ ਔਰਤ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਉਸ ਨੇ ਕਿਹਾ, ਤੂੰ ਮੇਰੇ ਨਾਲ ਰਹਿ ਸਕਦੀ ਆਂ, ਬਸ ਤੈਨੂੰ ਮੇਰਾ ਇੱਕ ਕੰਮ ਕਰਨਾ ਪਊ।
ਉਸ ਔਰਤ ਦੀ ਗੱਲ ਸੁਣ ਕੇ ਮੈਂ ਸਮਝ ਗਈ ਕਿ ਮੇਰੇ ਤੋਂ ਕੀ ਕਰਵਾਉਣਾ ਚਾਹੁੰਦੀ ਆ। ਕਿਸ ਗੱਲ ਦੇ ਲਈ ਇਹ ਮੈਨੂੰ ਆਪਣੇ ਘਰ ਵਿੱਚੋਂ ਨਹੀਂ ਜਾਣ ਦਿੰਦੀ। ਮੈਂ ਉਸ ਨੂੰ ਕਿਹਾ, ਜੋ ਮੈਨੂੰ ਕੰਮ ਕਹਿ ਰਹੀ ਆ, ਮੈਂ ਉਹ ਕੰਮ ਹਰਗਿਜ਼ ਨਹੀਂ ਕਰੂੰਗੀ। ਮੈਨੂੰ ਸਾਰੀ ਸਮਝ ਆ ਗਈ ਹੈ ਕਿ ਤੂੰ ਮੇਰੇ ਤੋਂ ਕੀ ਕਰਵਾਉਣਾ ਚਾਹੁੰਦੀ ਆ। ਤੇਰੇ ਜਿਹੀਆਂ ਔਰਤਾਂ ਮੇਰੇ ਵਰਗੀਆਂ ਮਜਬੂਰ ਔਰਤਾਂ ਦਾ ਫਾਇਦਾ ਉਠਾਉਂਦੀਆਂ, ਗਲਤ ਕੰਮ ਕਰਨ ਲਈ ਮਜਬੂਰ ਕਰ ਦਿੰਦੀਆਂ, ਸਿਰਫ ਇਸ ਲਈ ਕਿ ਮੈਂ ਮਜਬੂਰ ਹਾਂ, ਮੇਰਾ ਕੋਈ ਟਿਕਾਣਾ ਨਹੀਂ। ਮੇਰੀ ਮਜਬੂਰੀ ਦਾ ਫਾਇਦਾ ਉਠਾ ਕੇ ਤੂੰ ਮੇਰੇ ਤੋਂ ਗਲਤ ਕੰਮ ਕਰਾਏਂਗੀ ਤੇ ਤੂੰ ਉਹਨਾਂ ਪੈਸਿਆਂ ਨਾਲ ਆਪਣੀ ਜ਼ਿੰਦਗੀ ਆਰਾਮ ਨਾਲ ਜੀਵੇਂਗੀ। ਮੈਂ ਇਹ ਗੱਲ ਨੂੰ ਗੁੱਸੇ ਨਾਲ ਕਿਹਾ। ਉਹ ਔਰਤ ਮੈਨੂੰ ਹੈਰਾਨ ਹੋ ਕੇ ਦੇਖਣ ਲੱਗੀ ਤੇ ਕਹਿਣ ਲੱਗੀ, ਮੈਂ ਤੇਰੇ ਤੋਂ ਅਜਿਹਾ ਕੋਈ ਕੰਮ ਨਹੀਂ ਕਰਵਾਉਣਾ ਚਾਹੁੰਦੀ ਅਤੇ ਨਾ ਹੀ ਮੈਂ ਇਸ ਕਿਸਮ ਦੀ ਔਰਤ ਹਾਂ। ਤੈਨੂੰ ਬਸ ਮੇਰੇ ਬੱਚੇ ਦੀ ਦੇਖਭਾਲ ਕਰਨੀ ਪਵੇਗੀ। ਤੂੰ ਬੇਔਲਾਦ ਹਾਂ ਤੇ ਤੈਨੂੰ ਔਲਾਦ ਨਹੀਂ ਹੋ ਸਕਦੀ ਤੇ ਮੈਂ ਆਪਣੀ ਔਲਾਦ ਨੂੰ ਸੰਭਾਲ ਨਹੀਂ ਸਕਦੀ। ਮੈਨੂੰ ਮੇਰੇ ਬੱਚੇ ਲਈ ਇੱਕ ਔਰਤ ਚਾਹੀਦੀ ਆ। ਜੇ ਤੈਨੂੰ ਠੀਕ ਲੱਗੇ ਤਾਂ ਤੂੰ ਮੇਰੇ ਬੱਚੇ ਨੂੰ ਸੰਭਾਲ ਸਕਦੀ ਆ। ਮੈਂ ਤੈਨੂੰ ਤਨਖਾਹ ਵੀ ਵਧੀਆ ਦਿਉਂ। ਉਸ ਦੀ ਗੱਲ ਸੁਣ ਕੇ ਮੈਂ ਖੁਸ਼ ਹੋ ਗਈ ਤੇ ਇੰਨਾ ਵਧੀਆ ਕੰਮ ਮਿਲ ਗਿਆ ਸੀ। ਮੈਂ ਫੌਰਨ ਉਸ ਦੀ ਗੱਲ ਮੰਨ ਲਈ। ਹੁਣ ਸਕੂਨ ਨਾਲ ਮੈਂ ਇਸ ਘਰ ਵਿੱਚ ਰਹਿਣ ਲੱਗੀ। ਇਸ ਔਰਤ ਦਾ ਬੱਚਾ ਸਿਰਫ 2 ਸਾਲ ਦਾ ਸੀ। ਉਸ ਬੱਚੇ ਦੀ ਦੇਖਭਾਲ ਕਰਨੀ ਸੀ, ਪਰ ਇਸ ਘਰ ਵਿੱਚ ਰਹਿ ਕੇ ਮੈਂ ਇੱਕ ਗੱਲ ਨੋਟ ਕੀਤੀ ਕਿ ਉਸ ਦੀ ਮਾਂ ਆਪਣੇ ਬੱਚੇ ਦੇ ਵੱਲ ਦੇਖਦੀ ਵੀ ਨਹੀਂ ਅਤੇ ਨਾ ਹੀ ਉਸ ਨੂੰ ਆਪਣੀ ਗੋਦੀ ਵਿੱਚ ਚੁੱਕਦੀ ਸੀ। ਇਹ ਮਾਂ ਕਿਹੋ ਜਿਹੀ ਹੈ ਜਿਸ ਦੇ ਅੰਦਰ ਮਮਤਾ ਨਾਮ ਦੀ ਕੋਈ ਚੀਜ਼ ਹੀ ਨਹੀਂ। ਖੈਰ, ਮੈਨੂੰ ਇਸ ਔਰਤ ਦੇ ਨਿੱਜੀ ਮਾਮਲੇ ਤੋਂ ਕੀ ਲੈਣਾ ਸੀ। ਮੈਨੂੰ ਕੰਮ ਦੀ ਭਾਲ ਸੀ ਤੇ ਮੈਨੂੰ ਕੰਮ ਮਿਲ ਗਿਆ ਤੇ ਇਸ ਕੰਮ ਨੂੰ ਮੈਂ ਦਿਲ ਤੋਂ ਕਰ ਰਹੀ ਸੀ। ਇਸ ਘਰ ਵਿੱਚ ਮੈਂ ਬਹੁਤ ਹੀ ਸਕੂਨ ਨਾਲ ਰਹਿੰਦੀ ਸੀ ਕਿਉਂਕਿ ਇਸ ਘਰ ਵਿੱਚ ਕੋਈ ਮਰਦ ਨਹੀਂ ਸੀ, ਬਸ ਮੇਰੀ ਮਾਲਕਿਨ ਤੇ ਉਸ ਦਾ ਬੱਚਾ ਤੇ ਗੇਟ ਤੇ ਚੌਕੀਦਾਰ। ਲੇਕਿਨ ਇੱਕ ਦਿਨ ਮੈਂ ਬੱਚੇ ਨੂੰ ਖਾਣਾ ਖਵਾ ਰਹੀ ਸੀ ਤਾਂ ਅਚਾਨਕ ਇੱਕ ਆਦਮੀ ਬੜੇ ਗੁੱਸੇ ਨਾਲ ਕਮਰੇ ਵਿੱਚ ਆਇਆ। ਮੈਂ ਉਸ ਨੂੰ ਦੇਖ ਕੇ ਹੈਰਾਨ ਹੋ ਗਈ। ਉਹ ਵੀ ਮੈਨੂੰ ਦੇਖ ਕੇ ਥੋੜਾ ਖੜ ਗਿਆ। ਉਹ ਬਹੁਤ ਹੀ ਸ਼ਾਨਦਾਰ ਸ਼ਖਸੀਅਤ ਦਾ ਮਾਲਕ ਸੀ। ਉਸ ਦੀ ਉਮਰ 30 ਤੋਂ 35 ਦੇ ਵਿੱਚ ਲੱਗ ਰਹੀ ਸੀ। ਉਸ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਬਹੁਤ ਹੀ ਵੱਡਾ ਬਿਜ਼ਨਸਮੈਨ ਆ। ਉਹ ਮੇਰੇ ਕੋਲ ਆਇਆ ਤੇ ਬੱਚੇ ਨੂੰ ਚੁੱਕ ਕੇ ਪਿਆਰ ਕਰਨ ਲੱਗਾ। ਮੈਂ ਉਸ ਨੂੰ ਦੇਖ ਕੇ ਸਮਝ ਗਈ ਕਿ ਇਹ ਬੱਚੇ ਦਾ ਬਾਪ ਹੋਊ। ਮੈਂ ਘਬਰਾ ਕੇ ਕਮਰੇ ਦੇ ਬਾਹਰ ਆ ਗਈ। ਮੇਰੀ ਮਾਲਕਣ ਨੇ ਘਬਰਾਹਟ ਦੀ ਵਜ੍ਹਾ ਪੁੱਛੀ। ਮੈਂ ਉਸ ਨੂੰ ਦੱਸਿਆ ਕਿ ਕੋਈ ਆਦਮੀ ਅੰਦਰ ਆਇਆ। ਮੇਰੀ ਮਾਲਕਣ ਨੇ ਕਿਹਾ, ਹਾਂ, ਉਹ ਮੇਰਾ ਪਤੀ ਆ, ਬਿਜ਼ਨਸ ਦੇ ਸਿਲਸਿਲੇ ਵਿੱਚ ਬਾਹਰ ਗਿਆ ਹੋਇਆ ਸੀ। ਦੋਨਾਂ ਨੇ ਵਿੱਚ ਕੋਈ ਗੱਲਬਾਤ ਨਾ ਹੁੰਦੀ। ਮੈਂ ਉਹਨਾਂ ਦਾ ਇਹ ਰਿਸ਼ਤਾ ਦੇਖ ਕੇ ਹੈਰਾਨ ਸੀ। ਇੱਥੇ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ। ਘਰ ਵਿੱਚ ਐਸ਼ੋ ਆਰਾਮ ਦੀਆਂ ਚੀਜ਼ਾਂ ਉਪਲਬਧ ਸੀ। ਇਹਨਾਂ ਦੋਹਾਂ ਵਿੱਚ ਕੋਈ ਪਿਆਰ ਨਹੀਂ ਸੀ। ਸਾਹਿਬ ਆਪਣੇ ਬੱਚੇ ਨਾਲ ਥੋੜਾ ਵਕਤ ਗੁਜ਼ਾਰ ਲੈਂਦਾ, ਪਰ ਮਾਲਕਿਨ ਤਾਂ ਆਪਣੇ ਬੱਚੇ ਨਾਲ ਕੋਈ ਲਗਾਵ ਰੱਖਦੀ ਹੀ ਨਹੀਂ ਸੀ। ਇੱਕ ਦਿਨ ਮੈਂ ਆਪਣੀ ਮਾਲਕਣ ਨੂੰ ਪੁੱਛਿਆ, ਇਹ ਤੁਹਾਡਾ ਵਿਆਹ ਤੁਹਾਡੀ ਮਰਜ਼ੀ ਨਾਲ ਹੋਇਆ? ਉਸ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ। ਮੈਂ ਇੱਕ ਵਾਰ ਫਿਰ ਹੈਰਾਨ ਹੋ ਗਈ ਕਿ ਜਦੋਂ ਮਰਜ਼ੀ ਨਾਲ ਵਿਆਹ ਹੋਇਆ ਤਾਂ ਫਿਰ ਇਹਨਾਂ ਵਿੱਚ ਦੂਰੀਆਂ ਕਿਉਂ? ਕਦੇ ਕਦੇ ਤਾਂ ਮੈਨੂੰ ਇਸ ਘਰ ਵਿੱਚ ਘੁਟਨ ਮਹਿਸੂਸ ਹੁੰਦੀ। ਇੱਕ ਦਿਨ ਮਾਲਕਿਨ ਨੇ ਮੈਨੂੰ ਕਿਹਾ, ਤੂੰ ਬੱਚੇ ਨੂੰ ਆਪਦੇ ਕੋਲ ਸਲਾਇਆ ਕਰ। ਉਸ ਦੇ ਕਹਿਣ ਤੇ ਮੈਂ ਬੱਚੇ ਨੂੰ ਆਪਣੇ ਕੋਲ ਸਲਾਉਣ ਲੱਗੀ, ਪਰ ਮੈਂ ਬਹੁਤ ਪਰੇਸ਼ਾਨ ਸੀ ਕਿਉਂਕਿ ਅੱਧੀ ਰਾਤ ਨੂੰ ਬੱਚੇ ਦਾ ਪਿਤਾ ਬੱਚੇ ਕੋਲ ਆਉਂਦਾ। ਮੈਂ ਉਸ ਨੂੰ ਦੇਖ ਕੇ ਡਰ ਜਾਂਦੀ ਤੇ ਮੈਂ ਉਸ ਨੂੰ ਮਨਾ ਕਰਨਾ ਚਾਹੁੰਦੀ ਸੀ, ਪਰ ਅਜਿਹਾ ਨਹੀਂ ਕਰ ਸਕਦੀ ਸੀ ਕਿਉਂਕਿ ਮੈਂ ਇਹਨਾਂ ਦੀ ਮੁਹਤਾਜ ਸੀ। ਇੱਕ ਦਿਨ ਦੱਬੇ ਲਫ਼ਜ਼ਾਂ ਨਾਲ ਮਾਲਕਿਨ ਨੂੰ ਕਿਹਾ, ਮਾਲਕ ਅੱਧੀ ਰਾਤ ਨੂੰ ਬੱਚੇ ਦੇ ਲਈ ਮੇਰੇ ਕਮਰੇ ਵਿੱਚ ਆਉਂਦੇ ਆ। ਪਰ ਮਾਲਕਿਨ ਨੂੰ ਮੇਰੀਆਂ ਗੱਲਾਂ ਦਾ ਕੋਈ ਅਸਰ ਹੀ ਨਾ ਹੋਇਆ। ਅਗਰ ਇੱਕ ਪਤਨੀ ਨੂੰ ਪਤਾ ਚੱਲੇ ਕਿ ਉਸ ਦਾ ਪਤੀ ਉਸ ਦੀ ਜਵਾਨ ਨੌਕਰਾਣੀ ਦੇ ਕੋਲ ਕਮਰੇ ਵਿੱਚ ਅੱਧੀ ਰਾਤ ਨੂੰ ਜਾਂਦਾ ਤਾਂ ਘਰ ਵਿੱਚ ਯੁੱਧ ਚੱਲ ਪਵੇ। ਪਰ ਇੱਧਰ ਤਾਂ ਮੇਰੀ ਮਾਲਕਿਨ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਸੀ। ਮੇਰੀ ਮਾਲਕਿਨ ਹਰ ਰੋਜ਼ ਕੁਝ ਸਮੇਂ ਲਈ ਛੱਤ ਤੇ ਜਾਂਦੀ। ਇੱਕ ਦਿਨ ਮੈਂ ਸੋਚਿਆ ਕਿ ਮੈਂ ਵੀ ਪਿੱਛੇ ਜਾ ਕੇ ਦੇਖਾਂ। ਜੋ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ, ਮੇਰੀ ਰੂਹ ਕੰਬ ਗਈ। ਮੇਰੀ ਮਾਲਕਿਨ ਨੂੰ ਅਜਿਹਾ ਵੀ ਕਰ ਸਕਦੀ ਸੀ। ਮੈਂ ਭੱਜ ਕੇ ਮਾਲਕਿਨ ਦੇ ਕੋਲ ਗਈ ਤੇ ਉਸ ਦਾ ਹੱਥ ਫੜ ਕੇ ਰੋਕ ਲਿਆ ਅਤੇ ਗੁੱਸੇ ਨਾਲ ਕਿਹਾ, ਤੁਸੀਂ ਹੋਸ਼ ਵਿੱਚ ਤਾਂ ਹੋ? ਤੁਸੀਂ ਅਜਿਹਾ ਕਿਉਂ ਕਰਨਾ ਚਾਹੁੰਦੇ ਸੀ? ਛੱਤ ਤੋਂ ਡਿੱਗ ਕੇ ਆਪਣੀ ਜਾਨ ਕਿਉਂ ਲੈਣਾ ਚਾਹੁੰਦੇ ਸੀ?
ਆਖਿਰ ਕਿਉਂ ਇੱਕ ਵਾਰ ਵੀ ਨਹੀਂ ਸੋਚਿਆ ਕਿ ਤੁਹਾਡਾ ਛੋਟਾ ਜਿਹਾ ਬੱਚਾ ਤੇ ਇੱਕ ਪਤੀ ਆ, ਉਹਨਾਂ ਦੋਨਾਂ ਦਾ ਕੀ ਬਣੂ? ਮੇਰੇ ਸਵਾਲ ਸੁਣ ਕੇ ਮਾਲਕਿਨ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਮੈਂ ਉਸ ਨੂੰ ਆਪਣੇ ਗਲੇ ਨਾਲ ਲਗਾ ਲਿਆ ਤੇ ਕਾਫੀ ਦੇਰ ਤੱਕ ਫੜ ਕੇ ਰੱਖਿਆ। ਉਹ ਮੇਰੇ ਨਾਲ ਲੱਗ ਕੇ ਰੋਂਦੀ ਰਹੀ। ਫਿਰ ਕੁਝ ਟਾਈਮ ਬਾਅਦ ਮੈਂ ਉਸ ਨੂੰ ਬੜੇ ਹੀ ਪਿਆਰ ਨਾਲ ਪੁੱਛਿਆ ਕਿ ਆਖਿਰ ਗੱਲ ਕੀ ਆ। ਇੰਨਾ ਸੁਣ ਕੇ ਉਹ ਮੈਨੂੰ ਆਪਣੀ ਜ਼ਿੰਦਗੀ ਦੀ ਦਾਸਤਾਨ ਸੁਣਾਉਣ ਲੱਗੀ। ਜਦੋਂ ਮੈਂ ਹੋਸ਼ ਸੰਭਾਲਿਆ ਤਾਂ ਮੈਂ ਦੇਖਿਆ ਮੇਰੇ ਮਾਂ-ਬਾਪ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਸੀ। ਸਾਨੂੰ ਦੋਨਾਂ ਭੈਣ ਭਰਾਵਾਂ ਨੂੰ ਚੰਗਾ ਨਹੀਂ ਲੱਗਦਾ ਸੀ। ਅਸੀਂ 2 ਭੈਣ ਭਰਾ ਸੀ, ਪਰ ਮੈਂ ਆਪਣੇ ਬਾਪ ਦੀ ਬਹੁਤ ਹੀ ਲਾਡਲੀ ਬੇਟੀ ਸੀ। ਮੇਰੀ ਉਮਰ 12-13 ਸਾਲ ਦੀ ਹੋਈ ਤਾਂ ਮੇਰੇ ਘਰ ਮੇਰੇ ਪਾਪਾ ਇੱਕ 18 ਸਾਲ ਦੇ ਲੜਕੇ ਨੂੰ ਆਪਣੇ ਨਾਲ ਲੈ ਆਏ ਤੇ ਕਿਹਾ ਅੱਜ ਤੋਂ ਆਪਣੇ ਘਰ ਦੀ ਦੇਖਭਾਲ ਇਹ ਕਰੇਗਾ। ਉਸ ਦਾ ਨਾਂ ਆਸ਼ੂ ਸੀ। ਆਸ਼ੂ ਦੇ ਆਉਣ ਤੋਂ ਬਾਅਦ ਸਾਡੇ ਘਰ ਵਿੱਚ ਲੜਾਈ ਹੋਣੀ ਸ਼ੁਰੂ ਹੋ ਗਈ। ਘਰ ਵਿੱਚ ਝਗੜਾ ਹੋਣ ਨਾਲ ਮੇਰੇ ਪਾਪਾ ਨਸ਼ੇ ਦੀ ਆਦਤ 'ਤੇ ਲੱਗ ਚੁੱਕੇ ਸੀ। ਮੇਰੀ ਮਾਂ ਵੀ ਆਪਣੇ ਗਮ ਵਿੱਚ ਡੁੱਬੀ ਹੋਈ ਸੀ, ਇਸ ਲਈ ਉਹ ਜ਼ਿਆਦਾਤਰ ਸਮਾਂ ਬਾਹਰ ਹੀ ਗੁਜ਼ਾਰਦੀ ਤੇ ਮੇਰਾ ਭਰਾ ਵੀ ਪੜ੍ਹਾਈ ਤੋਂ ਬਾਅਦ ਸਾਰਾ ਦਿਨ ਆਪਣੇ ਦੋਸਤਾਂ ਨਾਲ ਹੀ ਗੁਜ਼ਾਰਦਾ। ਮੇਰੇ ਘਰ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਕਿ ਮੈਂ ਜਵਾਨ ਹੋ ਰਹੀ ਹਾਂ। ਘਰ ਵਿੱਚ ਮੈਂ ਤੇ ਆਸ਼ੂ ਇਕੱਲੇ ਹੁੰਦੇ ਸੀ। ਮੈਂ ਇੱਕ ਜਵਾਨ ਲੜਕੇ ਦੇ ਨਾਲ ਸਾਰਾ ਦਿਨ ਘਰ ਵਿੱਚ ਇਕੱਲੀ ਰਹਿੰਦੀ। ਹੌਲੀ ਹੌਲੀ ਮੈਨੂੰ ਸਮਝ ਆਉਣ ਲੱਗਿਆ ਕਿ ਮੇਰੇ ਘਰ ਵਿੱਚ ਝਗੜੇ ਦੀ ਵਜ੍ਹਾ ਆਸ਼ੂ ਹੀ ਆ। ਉਹ ਮੇਰੇ ਮਾਂ-ਬਾਪ ਨੂੰ ਇੱਕ ਦੂਜੇ ਦੇ ਖਿਲਾਫ ਭੜਕਾਉਂਦਾ ਰਹਿੰਦਾ। ਹੌਲੀ ਹੌਲੀ ਮੈਂ 18 ਸਾਲ ਦੀ ਹੋ ਗਈ ਤੇ ਪਹਿਲਾਂ ਨਾਲੋਂ ਜ਼ਿਆਦਾ ਸਮਝਦਾਰ ਹੋ ਚੁੱਕੀ ਸੀ ਤੇ ਆਪਣੇ ਘਰ ਵਿੱਚ ਲੱਗੀ ਹੋਈ ਅੱਗ ਨੂੰ ਬੁਝਾਉਣਾ ਚਾਹੁੰਦੀ ਸੀ। ਇੱਕ ਦਿਨ ਮੈਂ ਕਿਚਨ ਵਿੱਚ ਗਈ ਤਾਂ ਉੱਥੇ ਆਸ਼ੂ ਸਬਜ਼ੀਆਂ ਕੱਟ ਰਿਹਾ ਸੀ। ਉੱਥੇ ਹੋਰ ਕੋਈ ਨਹੀਂ ਸੀ। ਮੈਂ ਉਸ ਦੇ ਸਾਹਮਣੇ ਜਾ ਕੇ ਖੜੀ ਹੋ ਗਈ। ਮੈਂ ਉਸ ਨੂੰ ਕਿਹਾ, ਤੂੰ ਮੇਰੇ ਘਰ ਵਿੱਚ ਅੱਗ ਲਗਾ ਰਿਹਾ, ਨਹੀਂ ਤਾਂ ਮੈਂ ਤੇਰੀ ਜ਼ਿੰਦਗੀ ਵਿੱਚ ਅੱਗ ਲਗਾ ਦਿਉਂ। ਉਸ ਨੇ ਕਿਹਾ, ਤੇਰੀ ਕੀ ਗੱਲ ਦਾ ਕੀ ਮਤਲਬ ਆ? ਮੈਂ ਉਸ ਨੂੰ ਕਿਹਾ, ਤੂੰ ਚੰਗੇ ਤਰੀਕੇ ਨਾਲ ਜਾਣਦਾ ਮੇਰੀ ਗੱਲ ਦਾ ਮਤਲਬ। ਮੈਂ ਕਿਹਾ, ਜੋ ਤੂੰ ਖੇਲ ਖੇਲ ਰਿਹਾ ਮੇਰੇ ਮਾਂ-ਬਾਪ ਨਾਲ, ਉਸ ਦਾ ਮੈਨੂੰ ਪਤਾ ਲੱਗ ਚੁੱਕਾ। ਮੇਰੀ ਗੱਲ ਸੁਣ। ਉਸ ਨੇ ਮੈਨੂੰ ਕਿਹਾ, ਤੂੰ ਹੁਣ ਵੱਡੀ ਹੋ ਗਈ ਆ, ਮੇਰੇ ਤੋਂ ਦੂਰ ਰਿਹਾ ਕਰ ਤੇ ਆਪਣੇ ਕੰਮ ਨਾਲ ਕੰਮ ਰੱਖਿਆ ਕਰ। ਤੂੰ ਮੇਰਾ ਖਾਣਾ ਲੇਟ ਕਰਵਾ ਦਿੱਤਾ, ਜਾ ਚਲੀ ਜਾ ਇੱਥੋਂ। ਮੇਰੇ ਨਾਲ ਬਚਪਨ ਤੋਂ ਹੀ ਉਹ ਇੱਦਾਂ ਗੱਲ ਕਰਦਾ ਸੀ। ਮੈਂ ਉਸ ਨੂੰ ਕਿਹਾ, ਇਹ ਮੇਰਾ ਘਰ ਹੈ, ਮੈਂ ਜਿੱਥੇ ਜਾ ਸਕਦੀ ਆਂ ਆ ਸਕਦੀ ਆਂ। ਤੂੰ ਨੌਕਰ ਆ, ਨੌਕਰ ਬਣ ਕੇ ਰਹਿ। ਮੇਰੀ ਗੱਲ ਸੁਣ ਕੇ ਉਸ ਦੇ ਚਿਹਰੇ 'ਤੇ ਗੁੱਸਾ ਲਾਲ ਹੋ ਗਿਆ ਤੇ ਅਚਾਨਕ ਉਸ ਨੇ ਮੇਰੇ ਜ਼ੋਰ ਨਾਲ ਥੱਪੜ ਮਾਰਿਆ। ਮੈਂ ਹੈਰਾਨੀ ਨਾਲ ਉਸ ਵੱਲ ਦੇਖਿਆ ਤੇ ਕਿਹਾ, ਤੇਰੀ ਹਿੰਮਤ ਕਿਵੇਂ ਹੋਈ ਮੈਨੂੰ ਥੱਪੜ ਮਾਰਨ ਦੀ? ਥੱਪੜ ਮਾਰਨ ਤੋਂ ਬਾਅਦ ਉਸ ਨੇ ਆਪਣਾ ਹੱਥ ਕਰਦ ਨਾਲ ਜ਼ਖਮੀ ਕਰ ਲਿਆ। ਮੈਂ ਡਰ ਗਈ ਤੇ ਭੱਜ ਕੇ ਆਪਣੇ ਕਮਰੇ ਵਿੱਚ ਆ ਗਈ। ਸਾਰੀ ਰਾਤ ਸੋਚਦੀ ਰਹੀ ਕਿ ਉਸ ਨੇ ਜਿਸ ਹੱਥ ਨਾਲ ਮੈਨੂੰ ਥੱਪੜ ਮਾਰਿਆ ਸੀ, ਉਸ ਨੇ ਉਹ ਹੱਥ ਆਪਣਾ ਕਿਵੇਂ ਕੱਟ ਲਿਆ। ਮੈਂ ਜਿਸ ਨੂੰ ਸਭ ਤੋਂ ਜ਼ਿਆਦਾ ਨਫ਼ਰਤ ਕਰਦੀ ਸੀ, ਮੈਨੂੰ ਉਸ ਨਾਲ ਪਿਆਰ ਹੋ ਗਿਆ। ਮੈਂ ਕੁਝ ਹੀ ਦਿਨਾਂ ਵਿੱਚ ਆਸ਼ੂ ਦੀ ਮੁਹੱਬਤ ਵਿੱਚ ਗ੍ਰਿਫਤਾਰ ਹੋ ਗਈ, ਜਿਸ ਦਾ ਕੋਈ ਹਿਸਾਬ ਨਹੀਂ ਸੀ। ਇੱਕ ਦਿਨ ਮੈਂ ਉਸ ਦੇ ਪਿੱਛੇ ਪਿੱਛੇ ਕਿਚਨ ਵਿੱਚ ਚਲੀ ਗਈ ਤੇ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਤੇ ਅੱਗੋਂ ਉਸ ਨੇ ਹੀ ਮੈਨੂੰ ਹਾਂ ਵਿੱਚ ਸਿਰ ਹਿਲਾ ਦਿੱਤਾ। ਇੰਨੇ ਨੂੰ ਪਿੱਛੇ ਸਾਡੇ ਕਿਚਨ ਵਿੱਚ ਮੇਰੇ ਪਾਪਾ ਆ ਗਏ। ਉਹਨਾਂ ਨੇ ਸਾਨੂੰ ਦੇਖ ਲਿਆ। ਮੇਰੇ ਭਰਾ ਨੇ ਤੇ ਪਾਪਾ ਨੇ ਆਸ਼ੂ ਨੂੰ ਬਹੁਤ ਕੁੱਟਿਆ, ਪਰ ਉਹ ਮੌਕਾ ਬਚਾ ਕੇ ਉੱਥੋਂ ਭੱਜ ਗਿਆ। ਇੱਧਰ ਥੋੜ੍ਹੇ ਦਿਨਾਂ ਬਾਅਦ ਮੇਰੇ ਮਾਂ-ਬਾਪ ਨੇ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ। ਇਸ ਗੱਲ ਨੂੰ 1 ਮਹੀਨਾ ਹੋ ਚੁੱਕਿਆ ਸੀ ਕਿ ਇੱਕ ਦਿਨ ਖਿੜਕੀ 'ਤੇ ਕੋਈ ਆਦਮੀ ਦੀ ਪਰਛਾਈ ਪਈ। ਜਦੋਂ ਦੇਖਿਆ ਤਾਂ ਉਹ ਆਸ਼ੂ ਸੀ। ਉਹ ਮੈਨੂੰ ਲੈਣ ਆਇਆ ਸੀ ਤੇ ਮੈਂ ਮੌਕਾ ਦੇਖ ਕੇ ਉੱਥੋਂ ਆਸ਼ੂ ਨਾਲ ਭੱਜ ਗਈ। ਮੇਰੇ ਮਾਂ-ਬਾਪ ਲੱਭਦੇ ਲੱਭਦੇ ਮੈਨੂੰ ਕਾਰ ਐਕਸੀਡੈਂਟ ਵਿੱਚ ਰੱਬ ਨੂੰ ਪਿਆਰੇ ਹੋ ਗਏ। ਇੱਕ ਦਿਨ ਮੇਰੇ ਵੀਰ ਨੂੰ ਮੇਰੇ ਬਾਰੇ ਪਤਾ ਲੱਗਿਆ ਤਾਂ ਉਹ ਉੱਥੇ ਆ ਗਿਆ ਜਿੱਥੇ ਅਸੀਂ ਰਹਿੰਦੇ ਸੀ। ਉਹ ਆਸ਼ੂ ਨਾਲ ਹੱਥੋਂ-ਪਾਈ ਹੋਣ ਲੱਗਿਆ। ਉਸੇ ਹੱਥੋਂ-ਪਾਈ ਵਿੱਚ ਆਸ਼ੂ ਨੇ ਮੇਰੇ ਭਰਾ ਨੂੰ ਧੱਕਾ ਮਾਰ ਦਿੱਤਾ ਤੇ ਮੇਰਾ ਭਰਾ ਦੇ ਸੱਟ ਲੱਗ ਗਈ। ਅਚਾਨਕ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਸ ਇੱਕ ਦਿਨ ਸੀ ਜਦੋਂ ਮੇਰੀ ਦੁਨੀਆ, ਮੇਰੇ ਪੇਕਾ ਪਰਿਵਾਰ ਖਤਮ ਹੋ ਚੁੱਕਿਆ ਸੀ। ਪੁਲਿਸ ਦੇ ਡਰੋਂ ਅਸੀਂ ਦੋਨਾਂ ਨੇ ਆਪਣੇ ਭਰਾ ਨੂੰ ਜੰਗਲ ਵਿੱਚ ਜਾ ਕੇ ਨੱਪ ਦਿੱਤਾ। ਕਾਫੀ ਦਿਨਾਂ ਤੱਕ ਅਸੀਂ ਇਹੀ ਸੋਚ ਵਿੱਚ ਗੁੰਮੇ ਰਹੇ। ਫਿਰ ਮੈਂ ਥੋੜ੍ਹੇ ਚਿਰ ਬਾਅਦ ਪ੍ਰੈਗਨੈਂਟ ਹੋ ਗਈ ਤੇ ਸਾਡੇ ਕੋਲ ਇੱਕ ਵੀ ਪੈਸਾ ਨਹੀਂ ਸੀ। ਫਿਰ ਆਸ਼ੂ ਮੈਨੂੰ ਮੇਰੇ ਬਾਪ ਦੇ ਘਰ ਲੈ ਆਇਆ। ਮੇਰੇ ਮਾਂ-ਬਾਪ ਦੇ ਮਰ ਜਾਣ ਤੋਂ ਬਾਅਦ ਘਰ ਬਿਲਕੁਲ ਖਾਲੀ ਹੋ ਚੁੱਕਿਆ ਸੀ। ਮੈਂ ਤੇ ਆਸ਼ੂ ਨੇ ਇਸ ਘਰ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ।
ਹੌਲੀ ਹੌਲੀ ਕਰਕੇ ਆਸ਼ੂ ਨੇ ਮੇਰੇ ਪਾਪਾ ਦਾ ਬਿਜ਼ਨਸ ਸੰਭਾਲ ਲਿਆ। 3 ਸਾਲ ਤੋਂ ਮੈਂ ਇਸ ਘਰ ਵਿੱਚ ਜਿੰਦਾ ਲਾਸ਼ ਬਣ ਕੇ ਰਹਿ ਰਹੀ ਹਾਂ। ਮੈਂ ਹਰ ਰੋਜ਼ ਆਪਣੇ ਆਪ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਅੱਜ ਬੜੀ ਹੀ ਹਿੰਮਤ ਕਰਕੇ ਅੱਗੇ ਵਧੀ ਸੀ ਤੇ ਤੂੰ ਮੈਨੂੰ ਰੋਕ ਲਿਆ। ਮੈਨੂੰ ਨਾ ਹੀ ਆਪਣੇ ਬੱਚੇ ਨਾਲ ਕੋਈ ਪਿਆਰ ਆ ਤੇ ਨਾ ਹੀ ਆਪਣੇ ਪਤੀ ਨਾਲ। ਤੇ ਇਹ ਉਹੀ ਆਦਮੀ ਆ ਜਿਸ ਦੀ ਮੁਹੱਬਤ ਵਿੱਚ ਮੈਂ ਅੰਨੀ ਹੋ ਕੇ ਆਪਣਾ ਸਭ ਕੁਝ ਗਵਾ ਲਿਆ। ਹੁਣ ਮੈਨੂੰ ਵਧੀਆ ਨਹੀਂ ਲੱਗਦਾ। ਇਹ ਕਹਿੰਦਾ ਹੈ ਕਿ ਤੇਰੇ ਘਰੇ ਵਾਲਿਆਂ ਨੂੰ ਮੈਂ ਨਹੀਂ ਮਾਰਿਆ। ਇਹ ਕਿਸਮਤ ਨੂੰ ਮਨਜ਼ੂਰ ਸੀ। ਇਹ ਹਰ ਗੱਲ ਦਾ ਇਲਜ਼ਾਮ ਮੇਰੇ ਸਿਰ ਲਾਉਂਦਾ। ਮਾਲਕਿਨ ਨੇ ਆਪਣੀ ਕਹਾਣੀ ਸੁਣਾ ਦਿੱਤੀ ਤੇ ਇਹ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਮੈਂ ਮਾਲਕਿਨ ਨੂੰ ਕਿਹਾ, ਮੇਰੇ ਨਾਲ ਵੀ ਇੰਜ ਹੀ ਹੋਇਆ ਸੀ। ਆਪਣੇ ਵਰਗੀਆਂ ਲੜਕੀਆਂ ਮਾਂ-ਬਾਪ ਦੀ ਇੱਜ਼ਤ ਰੋਲ ਕੇ ਘਰੋਂ ਤਾਂ ਭੱਜ ਜਾਂਦੀਆਂ, ਬਾਅਦ ਵਿੱਚ ਉਹੀ ਆਦਮੀ ਸਾਰਾ ਇਲਜ਼ਾਮ ਆਪਣੇ ਉੱਤੇ ਥੋਪ ਦਿੰਦੇ ਆ। ਆਪਣੇ ਵਰਗੀਆਂ ਕੁੜੀਆਂ ਜਿਹੜੀਆਂ ਅੱਧੀ ਰਾਤ ਨੂੰ ਆਪਣੇ ਮਾਂ-ਬਾਪ ਨੂੰ ਛੱਡ ਕੇ ਕਿਸੇ ਅਣਜਾਣ ਆਦਮੀ ਨਾਲ ਭੱਜ ਜਾਂਦੀਆਂ, ਉਹ ਕਦੇ ਖੁਸ਼ ਨਹੀਂ ਰਹਿ ਸਕਦੀਆਂ। ਮੇਰੇ ਔਲਾਦ ਨਹੀਂ ਹੋਈ। ਮੇਰੇ ਪਤੀ ਨੇ ਮੈਨੂੰ ਘਰੋਂ ਕੱਢ ਦਿੱਤਾ ਸੀ। ਮੇਰੀ ਮਾਲਕਿਨ ਕੋਲੇ ਔਲਾਦ ਸੀ, ਲੇਕਿਨ ਉਸ ਨੂੰ ਆਪਣੀ ਔਲਾਦ ਨਾਲ ਪਿਆਰ ਨਹੀਂ ਸੀ। ਮੈਂ ਘਰ ਤੋਂ ਬੇਘਰ ਹੋ ਗਈ ਸੀ। ਮੇਰੀ ਮਾਲਕਿਨ ਘਰ ਦੇ ਅੰਦਰ ਸੀ। ਉਹ ਆਪਣੇ ਪਤੀ ਅਤੇ ਬੱਚੇ ਦੇ ਨਾਲ ਸੀ, ਫਿਰ ਵੀ ਉਸ ਨੂੰ ਸਕੂਨ ਨਹੀਂ ਸੀ। ਅਸੀਂ ਦੋਨੋਂ ਰਾਤ ਨੂੰ ਛੱਤ 'ਤੇ ਬੈਠੀਆਂ ਆਪਣੇ ਆਪਣੇ ਦੁੱਖੜੇ ਰੋ ਰਹੀਆਂ ਸੀ ਕਿ ਕਾਸ਼ ਆਪਣੇ ਮਾਂ-ਬਾਪ ਦਾ ਘਰ ਨਾ ਛੱਡਿਆ ਹੁੰਦਾ। ਪਿਆਰ ਕਰਨਾ ਗੁਨਾਹ ਨਹੀਂ ਹੁੰਦਾ, ਲੇਕਿਨ ਆਪਣੇ ਮਾਂ-ਬਾਪ ਦਾ ਦਿਲ ਦਿਖਾਉਣਾ ਬਹੁਤ ਵੱਡਾ ਗੁਨਾਹ ਹੁੰਦਾ। ਸੋ ਦੋਸਤੋ, ਇਹ ਸੀ ਕਹਾਣੀ ਅੱਜ ਦੀ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।